आठ पहर सिमरहो गोबिंद, मन अंतर की उतरे चिंत। पर सिमरन उदों हुंदा है जदों संसार दा सिमरन छुट जांदा है। सिमरन का अर्थ हुंदा है याद, चेता। ते जिन्ना चिर तुहानूं अपने चेते हन, अपनियां दे विच चेता है, चित लगा होया है, अपने सुपनियां दे विच चित लगा होया है, अपने विचारां दे विच चित लगा होया है, अपने ख्यालां दे विच चित लगा होया है, संसार की विचारधारा दे विच चित लगा होया, उन्ना चिर परमात्मा चेते नहीं आउंदा है। फिर उहदा कोई रंग नहीं, कोई रूप नहीं, चक्कर चिन्ह नहीं, वर्ण जात नहीं, वो देखण विच भी नहीं आउंदा ते इस करके वो याद विच नहीं आउंदा। ते पहलां सिमरन नालों परमात्मा दे गुरु का सिमरन हुंदा है, जां कह लईए शब्द का सिमरन हुंदा है। गुरु दे उपदेश का सिमरन हुंदा है, कह लो इक्को ही गल है। पहलां गुरु दे उपदेश नूं ख्याल विच रखना है, याद विच रखना है, चेते विच रखना है, क्योंकि परमात्मा का सिमरन तो हो नहीं सकता, पर गुरु का उपदेश का सिमरन तो हो सकता है ना, उन्होंने तो याद विच रखा जा सकता है ना। तो जिहड़ा गुरु के उपदेश नूं गुर मंत्र नूं हिरदे च वसाउंदा है, तो देखिया है ना, गुर मंत्रहीन अस प्राणी त्रिक जन्म परस्टना है। गुरु के उपदेश तो गुरु का उपदेश जो हिरदे च वसा लैंदा है, जो गुरुआं ने कहा है, कह रहे हैं, तो वो पहला संसार का सिमरन छडाउंदे हन अपने उपदेश द्वारा, शब्दां द्वारा, कह लो शब्द द्वारा संसार का सिमरन छडाउंदे हन, संसार की विचारधारा तो मुक्त करते हैं। तो जदों संसार का सिमरन छुट गया टोटल, फिर परमात्मा सिमरन दे विच आउण लग जांदा है अपने आप। यह गल ख्याल विच रखण योग है। जदों कोई भी सिमरन संसार का ना रहा, सिमरन ही संसार का हुंदा है, विचारधारा कह लो संसार की चलती, तो छुट गई, तो फिर करतार चेते आउंदा है। तो जदों गुरु के उपदेश नूं रोज़ रोज़ सुन के कोई हिरदे च वसाउंदा है, याद रखदा है, जिवें कई याद रख रहे हैं गुरमुख प्यारे, तो उन्हां दा विचों विचों संसार का सिमरन छुटदा है। तो जदों संसार का सिमरन छुट जाता है ना, तो उदों एकदम ਉਹਦਾ सिमरन आउंदा है, जिहड़ा सिमरन च आ नहीं सकता, ख्याल च आ नहीं सकता। मैनूं ऐसा कहा भी है कईयां ने भी जदों संसार का बिल्कुल सिमरन छुट गया, चेता हट गया,
ਸੰਸਾਰ ਛੁੱਟ ਗਿਆ। ਤੇ ਜਦੋਂ ਸਾਰਾ ਛੁੱਟ ਜਾਂਦਾ ਹੈ ਨਾ, ਤਾਂ ਉਦੋਂ ਉਹ ਹੀ ਰਹਿ ਜਾਂਦਾ ਹੈ ਜਿਹੜਾ ਛੁੱਟ ਨਹੀਂ ਸਕਦਾ ਹੈ। ਤੁਸੀਂ ਸਭ ਕੁਝ ਛੱਡ ਸਕਦੇ ਹੋ, ਪਰ ਉਹਨੂੰ ਥੋੜ੍ਹੀ ਛੱਡ ਸਕਦੇ ਹੋ ਜੋ ਤੁਹਾਡਾ ਸਰੂਪ ਹੈ। ਤੇ ਜਦੋਂ ਸਭ ਕੁਝ ਛੁੱਟ ਗਿਆ ਤੇ ਉਦੋਂ ਫਿਰ ਕੁਛ ਐਸਾ ਹੁੰਦਾ ਹੈ ਵੀ ਦੱਸਣ ਵਿੱਚ ਵੀ ਨਹੀਂ ਆਉਂਦਾ। ਸਮਝ ਵਿੱਚ ਵੀ ਨਹੀਂ ਆਉਂਦਾ। ਕਈਆਂ ਨੂੰ ਥੋੜ੍ਹਾ ਥੋੜ੍ਹਾ ਚਿਰ ਦਾ ਆਭਾਸ ਹੁੰਦਾ ਹੈ। ਪਹਿਲਾਂ ਛਣ ਮਾਤਰ ਦਾ ਹੀ ਹੋਵੇਗਾ, ਥੋੜ੍ਹੇ ਚਿਰ ਦਾ ਸਿਮਰਨ। ਪਰ ਥੋੜ੍ਹੇ ਚਿਰ ਦਾ ਸਿਮਰਨ ਵੀ ਜਿਹੜਾ ਹੈ, ਉਹ ਵੀ ਬਹੁਤ ਵੱਡਾ ਆਨੰਦ ਦੇ ਜਾਂਦਾ ਹੈ। ਉਹ ਕਹਿੰਦੇ ਹਨ ਵੀ ਸੰਸਾਰ 'ਚ ਪਾਉਣ ਦਾ ਤੇ ਆਨੰਦ ਅਸੀਂ ਦੇਖਿਆ ਹੈ। ਜਿਨ੍ਹਾਂ ਕੁਛ ਸੰਸਾਰ 'ਚ ਮਿਲਦਾ ਹੈ, ਕੁਛ ਪਾ ਲੈਂਦੇ ਹਨ, ਕੁਛ ਹਾਸਲ ਕਰ ਲੈਂਦੇ ਹਨ, ਬੜੇ ਖੁਸ਼ ਹੁੰਦੇ, ਨੱਚਦੇ ਟੱਪਦੇ। ਤੁਸੀਂ ਦੇਖਿਆ ਹੀ, ਮਸਤ ਹੁੰਦੇ ਵੀ ਮਿਲ ਗਿਆ ਕੁਛ। ਪਰ ਜਦੋਂ ਸਭ ਕੁਛ ਛੁੱਟ ਜਾਂਦਾ ਹੈ ਤਾਂ ਉਸ ਆਨੰਦ ਨੂੰ ਕਹਿੰਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸ਼ਬਦਾਂ 'ਚ ਹੀ ਨਹੀਂ ਆਉਂਦਾ। ਤੇ ਪਹਿਲ ਥੋੜ੍ਹਾ ਚਿਰ, ਛਣ ਮਾਤਰ ਹੀ ਕਹਿ ਲਓ, ਸਿਮਰਨ ਹੁੰਦਾ ਹੈ। ਵਿੱਚ ਜਦੋਂ ਸੰਸਾਰ ਦਾ ਸਿਮਰਨ ਛੁੱਟਦਾ ਹੈ, ਇਹ ਦੋਵੇਂ ਸਿਮਰਨ ਇਕੱਠੇ ਨਹੀਂ ਹੋ ਸਕਦੇ ਹਨ, ਕਿਉਂਕਿ ਸੰਸਾਰ ਝੂਠ ਹੈ, ਅਸੱਤ ਹੈ, ਪਰਮਾਤਮਾ ਸੱਤ ਹੈ। ਦੋਵਾਂ ਨੂੰ ਇਕੱਠਿਆਂ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਅਤੇ ਇਸ ਕਰਕੇ ਸਤਿਪੁਰਖ ਹਨ ਜਿਹੜੇ ਸਤਿਗੁਰੂ ਹਨ, ਉਹ ਸੰਸਾਰਿਕ ਸਿਮਰਨ ਤੋਂ ਛਡਾਉਂਦੇ ਹਨ। ਕਹਿੰਦੇ ਪਹਿਲਾਂ ਸੰਸਾਰ ਦਾ ਸਿਮਰਨ ਭੁੱਲੋ। ਕਿਆ ਕੀਜੈ ਨਾਮ ਜਪੰਨਾ, ਧਿਆਨ ਜਪੰਨਾ, ਜਬ ਤੇ ਨਾ ਹੀ ਸ਼ੁੱਧ ਮਨ ਆਪਣਾ। ਪਹਿਲਾਂ ਸ਼ੁੱਧ ਕਰੋ ਮਨ, ਇਹਨੂੰ ਸਿਮਰਨ ਨੂੰ ਕੱਢੋ ਵਿੱਚੋਂ, ਇਸ ਵਿਚਾਰਧਾਰਾ ਤੋਂ ਮੁਕਤ ਹੋਵੋ। ਤੇ ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਜਾਂ ਗੁਰੂ ਦੁਆਰਾ ਕਹਿ ਲਓ, ਸੰਸਾਰ ਤੋਂ ਮੁਕਤ ਹੁੰਦਾ ਹੈ। ਸੰਸਾਰ ਦੇ ਬੰਧਨ ਟੁੱਟਦੇ ਹਨ। ਬੰਦੀ ਛੋੜ ਤਦੇ ਕਿਹਾ ਹੈ। ਅਤੇ ਜਦੋਂ ਬੰਧਨ ਛੁੱਟ ਜਾਂਦੇ ਹਨ ਅਤੇ ਗੁਰੂ ਇੱਕ ਦੁਆਰ ਹੈ, ਦਰਵਾਜ਼ਾ, ਉਹ ਫਿਰ ਦਰਵਾਜ਼ੇ ਤੋਂ ਅੱਗੇ ਲੰਘਾ ਦਿੰਦਾ ਹੈ ਕਰਤਾਰ ਵੱਲ। ਝੂਠ ਵੱਲੋਂ ਬਾਂਹ ਫੜ ਕੇ ਜਿਹੜਾ ਫੜਾਉਂਦਾ ਹੈ, ਉਹਨੂੰ ਫਿਰ ਅੱਗੇ ਟਪਾ ਦਿੰਦਾ ਹੈ ਵੀ ਚੱਲ ਹੁਣ ਤੂੰ, ਇਸ ਕਿਨਾਰੇ ਤੋਂ ਉਸ ਕਿਨਾਰੇ ਵੱਲ ਧੱਕਾ ਦੇ ਦਿੰਦਾ। ਅਤੇ ਉਹਦਾ ਫਿਰ ਸਿਮਰਨ ਚੱਲਦਾ ਹੈ, ਜਿਹਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾ ਬੀਸਰੇ, ਆਦਿ ਜੁਗਾਦਿ ਸਮਾਏ। ਬਿਨਾਂ ਜਪਣ ਦੇ ਹੁੰਦਾ ਹੈ। ਫਿਰ ਸਿਰਫ ਖਿਆਲ ਹੀ ਰੱਖਣਾ ਪੈਂਦਾ ਹੈ ਵੀ ਬਾਹਰਲਾ ਸਿਮਰਨ ਨਾ ਹੋਵੇ, ਅੰਦਰਲਾ ਤਾਂ ਹੁੰਦਾ ਹੈ, ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਉਹਨੂੰ ਬਾਹਰਲਾ ਸਿਮਰਨ ਦਾ ਖਿਆਲ ਰੱਖਣਾ ਪੈਂਦਾ ਹੈ ਵੀ ਉਹਨੂੰ ਨਹੀਂ ਕਰਨਾ ਹੈ। ਉਲਟਾ ਕੰਮ ਹੋ ਜਾਂਦਾ ਹੈ ਨਾ। ਜਿਵੇਂ ਧਾਰਮਿਕ ਲੋਕ ਪਰਮਾਤਮਾ ਦਾ ਸਿਮਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਹੁੰਦਾ ਨਹੀਂ। ਬੜਾ ਯਤਨ ਕਰਦੇ, ਬੜਾ ਨਾਮ ਰੱਟਦੇ, ਅਭਿਆਸ ਕਰਦੇ। ਕਿੰਨਾ ਕਰ ਰਹੇ ਲੋਕ, ਧਿਆਨ ਲਾਉਂਦੇ, ਧਿਆਨ ਨਹੀਂ ਲੱਗਦਾ। ਆ ਵਿਪਸਨਾ ਦੇ ਵਿੱਚ ਵੀ ਬਹੁਤ ਧਿਆਨ ਲਾਉਂਦੇ ਹਨ ਲੋਕ। ਕਿੰਨੇ ਕੇਂਦਰ ਖੁੱਲ੍ਹੇ ਅਜੋਕੇ ਸਮੇਂ 'ਚ ਵਿਪਸਨਾ ਦੇ, ਧਿਆਨ ਲੱਗ ਨਹੀਂ ਰਿਹਾ, ਕਿਉਂਕਿ ਬਾਹਰੋਂ ਨਹੀਂ ਨਾ ਹਟ ਰਿਹਾ।
ਇੱਦਾਂ ਹੀ ਸਿਮਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜ਼ਿਆਦਾਤਰ ਲੋਕ, ਅਤੇ ਸਿਮਰਨ ਹੋ ਨਹੀਂ ਪਾਉਂਦਾ ਹੈ ਕਿਉਂਕਿ ਬਾਹਰਲਾ ਸਿਮਰਨ ਜਿਹੜਾ ਉਹ ਛੁੱਟਦਾ ਨਹੀਂ। ਅਤੇ ਜਿੰਨਾ ਚਿਰ ਛੁੱਟਦਾ ਨਹੀਂ ਹੈ ਬਾਹਰੋਂ ਸਿਮਰਨ ਟੋਟਲ, ਉਹਨਾਂ ਚਿਰ ਅੰਦਰਲਾ ਸਿਮਰਨ ਨਹੀਂ ਹੁੰਦਾ। ਅਤੇ ਗੁਰੂ ਦਾ ਉਪਦੇਸ਼ ਬਾਹਰਲਾ ਸਿਮਰਨ ਛਡਾਉਂਦਾ ਹੈ। ਜਦੋਂ ਵਿਪੱਸਨਾ ਵੀ ਕਰਵਾਉਂਦੇ ਸਨ ਸਤਿਗੁਰੂ ਜੀ, ਧਿਆਨ ਵੀ ਲਵਾਉਂਦੇ ਸਨ ਪੁਰਾਣੇ ਸਮਿਆਂ ਦੇ ਵਿੱਚ, ਤੋ ਵੀ ਉਹੀ ਗੱਲ ਕਹਿੰਦੇ ਸਨ ਵੀ ਧਿਆਨ ਤਾਂ ਹੀ ਲੱਗ ਸਕਦਾ ਜੇ ਬਾਹਰੋਂ ਧਿਆਨ ਹਟਾਏਗਾ, ਵਿਚਾਰਧਾਰਾ ਤੋਂ ਮੁਕਤ ਹੋਏਗਾ ਤਾਂ ਹੀ ਹੈ। ਦੋਵੇਂ ਕੰਮ ਇਕੱਠੇ ਥੋੜ੍ਹੀ ਹੋਣਗੇ, ਪਰ ਕਰਦੇ ਹਨ ਲੋਕ। ਅਜੋਕੇ ਸਮੇਂ 'ਚ ਹੋ ਰਹੇ ਹਨ, ਉਹ ਧਿਆਨ ਵੀ ਕਰੀ ਜਾਂਦੇ ਹਨ, ਵਿਚਾਰਧਾਰਾ ਵੀ ਚੱਲੀ ਜਾਂਦੀ। ਇੱਦਾਂ ਹੀ ਸਿਮਰਨ ਕਰਨ ਵਾਲੇ ਕਹਿੰਦੇ ਹਨ ਸਿਮਰਨ ਚੱਲ ਰਿਹਾ ਜੀ ਸਾਡੇ ਅੰਦਰ, ਕਈ ਕਹਿ ਵੀ ਦਿੰਦੇ ਅਭਿਆਸੀ, ਪਰ ਸੰਸਾਰ ਦੇ ਵਿੱਚ ਵੀ ਉਲਝੇ ਹੋਏ। ਮਨ ਬੜਾ ਚਲਾਕ ਹੈ, ਚਤੁਰ ਹੋ ਗਿਆ ਨਾ ਅੱਗੇ ਨਾਲ, ਅਤੇ ਇਸ ਕਰਕੇ ਇਹ ਦੂਸਰੀ ਗੱਲ ਜ਼ਿਆਦਾ ਕਹਿਣੀ ਪੈਂਦੀ ਹੈ ਕਿਉਂਕਿ ਮਨ ਬਹੁਤ ਜ਼ਿਆਦਾ ਚਤੁਰ ਹੋ ਰਿਹਾ ਹੈ ਮਨੁੱਖ ਦਾ, ਚੰਚਲ ਹੋ ਰਿਹਾ ਹੈ, ਕਈ ਕੰਮ ਇਕੱਠੇ ਵੀ ਕਰ ਲੈਂਦਾ ਹੈ। ਅਤੇ ਪਦਾਰਥਵਾਦ ਦਾ ਯੁੱਗ ਹੈ ਅਜੋਕੇ ਸਮੇਂ 'ਚ, ਪਦਾਰਥਾਂ 'ਚ ਫਸ ਰਿਹਾ ਹੈ ਮਨ, ਉਲਝ ਰਿਹਾ ਹੈ। ਅਤੇ ਪੁਰਾਣੇ ਸਮੇਂ 'ਚ ਘੱਟ ਗੱਲ ਕਹੀ ਜਾਂਦੀ ਸੀ, ਪਰ ਅਜੋਕੇ ਸਮੇਂ 'ਚ ਜ਼ਿਆਦਾ ਕਹਿਣੀ ਹੋਵੇਗੀ ਅੱਗੇ ਤੋਂ ਅੱਗੇ, ਵੀ ਪਦਾਰਥਾਂ ਵੱਲੋਂ ਜਿੰਨਾ ਚਿਰ ਚਿੱਤ ਨਾ ਹਟਿਆ ਤੁਹਾਡਾ, ਉਹਨਾਂ ਚਿਰ ਪਰਮਾਤਮਾ ਵੱਲ ਥੋੜ੍ਹੇ, ਪਰਮਾਤਮਾ ਦਾ ਸਿਮਰਨ ਕਰੋਗੇ ਕਿਵੇਂ, ਪਦਾਰਥ ਚੇਤੇ ਆ ਰਹੇ। ਅਤੇ ਗੁਰੂ ਦਾ ਉਪਦੇਸ਼ ਜਿਹੜਾ ਹੈ ਨਾ, ਉਹ ਬਾਹਰੋਂ ਸੰਸਾਰ ਦਾ ਚੇਤਾ ਭੁਲਾਉਣ ਵਾਸਤੇ ਹੁੰਦਾ ਹੈ। ਗੁਰੂ ਮੱਧ ਵਿੱਚ ਹੈ, ਇਸ ਕਰਕੇ ਉਹਨੂੰ ਦਰਵਾਜ਼ਾ ਕਿਹਾ ਹੈ। ਉਪਦੇਸ਼ ਕਹਿ ਲਓ, ਸ਼ਬਦ ਕਹਿ ਲਓ, ਦਰਵਾਜ਼ਾ ਹੈ। ਤੋ ਇਸ ਕਿਨਾਰੇ ਤੋਂ ਪਹਿਲਾਂ ਛਡਾਉਂਦਾ ਹੈ, ਸੰਸਾਰ ਤੋਂ ਮੁਕਤ ਕਰਦਾ ਹੈ, ਸੰਸਾਰ ਦੇ ਬੰਧਨ ਤੋੜਦਾ ਹੈ। ਫਿਰ ਇਹ ਸੰਸਾਰ ਤੋਂ ਮੁਕਤ ਹੋ ਗਿਆ, ਫਿਰ ਮੈਂ ਤੋਂ ਵੀ ਮੁਕਤ ਹੋਣਾ ਹੈ ਨਾ। ਪਹਿਲਾਂ ਤਾਂ ਤੂੰ ਤੋਂ ਮੁਕਤ ਹੋਣਾ ਹੈ, ਪਰ ਤੋਂ, ਪਰ ਹੈ ਸੰਸਾਰ। ਫਿਰ ਮੈਂ ਤੋਂ ਵੀ ਮੁਕਤ ਹੋਣਾ ਹੈ, ਅਤੇ ਪਹਿਲਾਂ ਪਰ ਤੋਂ ਮੁਕਤ ਕਰਾਉਂਦਾ ਹੈ ਸ਼ਬਦ ਦੁਆਰਾ, ਉਪਦੇਸ਼ ਦੁਆਰਾ। ਫਿਰ ਉਹ ਮੈਂ ਤੋਂ ਵੀ ਮੁਕਤ ਹੁੰਦਾ ਹੈ ਜਦੋਂ ਮੈਂ ਨੂੰ ਵੀ ਸਮਰਪਿਤ ਕਰ ਦਿੰਦਾ ਹੈ ਮਨ ਨੂੰ। ਜਿਵੇਂ ਮੈਂ ਕਿਹਾ ਇਕਾਗਰ ਮਨ ਨੂੰ ਸਮਰਪਿਤ ਕਰ ਸਕਦੇ ਹੋ ਤੁਸੀਂ, ਠੰਡੇ ਹੋਏ ਮਨ ਨੂੰ ਥੋੜ੍ਹੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿੰਨੇ ਵੀ ਪਰਮਾਰਥ ਵੱਲ ਨੂੰ ਜਾਣਾ ਹੈ, ਪਰਮਾਰਥ ਦੀ ਖੋਜ ਕਰਨੀ ਹੈ, ਪਰਮਾਰਥ ਵੱਲ ਨੂੰ ਜਾਣਾ ਹੈ, ਉਹਨੂੰ ਸ਼ੂਦਰ ਅਰਥ ਦਾ ਤਿਆਗ ਕਰਨਾ ਪਵੇਗਾ। ਸੰਸਾਰ ਸ਼ੂਦਰ ਅਰਥ ਹੈ, ਝੂਠਾ ਧਨ ਗਿਆ ਹੈ। ਸਾਚਾ ਧਨ ਝੂਠਾ ਧਨ ਸੰਚਿਆ ਮੂਰਖ ਗਵਾਰ। ਅਤੇ ਝੂਠਿਆ ਛੱਡੋਗੇ ਤਾਂ ਹੀ ਸੱਚੇ ਵੱਲ ਜਾਓਗੇ। ਅਤੇ ਝੂਠੀ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ, ਅਤੇ ਮੁਕਤ ਹੋਣ ਵਾਸਤੇ ਗੁਰੂ ਦਾ ਉਪਦੇਸ਼ ਹੈ। ਅਤੇ ਉਪਦੇਸ਼ ਨੂੰ ਖਿਆਲ ਵਿੱਚ ਰੱਖ ਕੇ, ਧਿਆਨ ਵਿੱਚ ਰੱਖ ਕੇ ਝੂਠ ਤੋਂ ਪਹਿਲਾਂ ਮੁਕਤ ਹੋ ਜਾਂਦਾ ਹੈ ਸਾਧਕ। ਇਹੋ ਹੀ ਅਰਥ ਹੈ ਗੁਰੂ ਮੰਤਰ ਦੇ ਦ੍ਰਿੜ ਕਰਨ ਦਾ। ਕਈ ਕਹਿੰਦੇ ਨੇ ਦ੍ਰਿੜ ਕਰਨ, ਅਤੇ ਕਈ ਤਾਂ ਹੁਣ
ਕੋਈ ਸ਼ਬਦ ਦਾ ਜਾਪ ਕਰੀ ਜਾਂਦੇ ਉਹਨੂੰ ਗੁਰਮੰਤਰ ਦ੍ਰਿੜ ਕਹਿ ਦਿੰਦੇ ਹਨ। ਨਹੀਂ, ਉਹ ਨਹੀਂ। ਗੁਰੂ ਦੇ ਉਪਦੇਸ਼ ਨੂੰ ਖਿਆਲ ਵਿੱਚ ਰੱਖਣਾ, ਅਤੇ ਜਿਹੜਾ ਖਿਆਲ ਵਿੱਚ ਰੱਖਦਾ ਹੈ ਹਰ ਵਕਤ ਵੀ ਇਹ ਸਭ ਝੂਠ ਹੈ, ਮਿਥਿਆ ਹੈ, ਅਸੱਤ ਹੈ, ਮਰ ਰਿਹਾ ਹੈ, ਮਰ ਹੀ ਰਿਹਾ ਹੈ, ਹਰ ਵਕਤ ਮੌਤ ਵੱਲ ਨੂੰ ਆਪਾਂ ਜਾ ਰਹੇ ਹਾਂ, ਸਭ ਕੁਛ ਦ੍ਰਿਸ਼ਟਮਾਨ ਹੈ, ਸਗਲ ਮਿਥਿਨਾ, ਝੂਠ ਹੈ, ਅਸੱਤ ਹੈ, ਉਹਦਾ ਫਿਰ ਖਿਆਲ ਹਟਦਾ ਹੈ ਹੌਲੀ 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 ਵਿੱਚ ਵਿੱਚ। ਫਿਰ ਡਰ ਵੀ ਲੱਗਦਾ ਹੈ, ਪਰ ਜਿਹੜਾ ਕਹਿ ਰਿਹਾ ਹੈ ਅਗਰ ਉਹਦਾ ਸਹਾਰਾ ਲਓਗੇ ਫਿਰ ਡਰ ਘਟੇਗਾ ਅਤੇ ਸਹਿਜਤਾ ਦੇ ਨਾਲ ਫਿਰ ਇਹ ਝੂਠ ਤੋਂ ਛੁਟਕਾਰਾ ਹੋਵੇਗਾ। ਅਤੇ ਜਿਹਨੇ ਜਾਣਿਆ ਹੈ ਉਹਨੇ ਪਹਿਲਾਂ ਝੂਠੇ ਸਿਮਰਨ ਤੋਂ ਛੁਡਾਇਆ ਹੈ। ਅਤੇ ਸੱਚ ਫਿਰ ਆਪਣੇ ਆਪ ਹੀ ਯਾਦ ਆਉਂਦਾ ਹੈ। ਸੱਚ ਨੂੰ ਉੱਦਾਂ ਜ਼ਬਰਦਸਤੀ ਯਾਦ ਨਹੀਂ ਕਰ ਸਕਦੇ ਤੁਸੀਂ, ਉੱਦਾਂ ਹੀ ਨਹੀਂ ਕਿਸੇ ਨੂੰ ਯਾਦ ਕਰ ਸਕਦੇ, ਜ਼ਬਰਦਸਤੀ ਕਿਵੇਂ ਕਰੋ। ਨਾਲੇ ਛੋਟੀ ਜਿਹੀ ਬੁੱਧੀ ਦੇ ਵਿੱਚ ਪਰਮਾਤਮਾ ਦੀ ਯਾਦ ਆਉਂਦੀ ਵੀ ਨਹੀਂ ਹੈ, ਇਹ ਛੁੱਟ ਜਾਂਦੀ। ਇਹ ਸੰਸਾਰੀ ਹੈ, ਸੰਸਾਰ ਨੂੰ ਯਾਦ ਕਰ ਸਕਦੀ ਹੈ ਅਤੇ ਸੰਸਾਰ ਨੂੰ ਇਸ ਬੁੱਧੀ ਦੁਆਰਾ ਭੁਲਾਇਆ ਵੀ ਜਾ ਸਕਦਾ ਹੈ। ਪਰਮਾਤਮਾ ਦੀ ਯਾਦ ਵਿਰਾਟ ਹੈ, ਉਹ ਬੁੱਧੀ ਤੋਂ ਪਾਰ ਹੈ। ਇਸ ਕਰਕੇ ਜਦੋਂ ਬੁੱਧੀ ਛੁੱਟ ਜਾਂਦੀ, ਸਮਝ ਛੁੱਟ ਜਾਂਦੀ, ਤਦੇ ਕਹਿੰਦੇ ਨਾ ਉੱਥੇ ਨਾ ਸਮਝ ਹੈ ਨਾ ਅਕਲ ਹੈ। ਸ਼ੁੱਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਕੁਛ ਵੀ ਨਹੀਂ ਰਹਿ ਜਾਂਦਾ। ਤਦੇ ਕਿਹਾ ਹੈ ਨਾ ਕਿ ਉਹਦੀ ਯਾਦ ਆ ਗਈ ਫਿਰ ਸਭ ਕੁਛ ਛੁੱਟ ਗਿਆ। ਅਤੇ ਜੋ ਸਭ ਕੁਛ ਛੁੱਟ ਜਾਂਦਾ ਹੈ ਉਦੋਂ ਫਿਰ ਉਹਦੀ ਯਾਦ ਨੂੰ ਹੀ ਸਿਮਰਨ ਕਹਿੰਦੇ।